ਦਿੱਲੀ ਦੀਆਂ ਬਰੂਹਾਂ ਤੇ ਬਸਿਆ ਕਿਸਾਨੀ ਪਿੰਡ ਫਿਰ ਆਪਣੇ ਪੂਰੇ ਜੋਬਨ ਦੇ ਵਿੱਚ ਇਸ ਵੇਲੇ ਪਹੁੰਚ ਚੁੱਕਾ। ਤੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪੁਰਾਣੇ ਜਿਹੜੇ 2 ਮਹੀਨੇ ਤੋਂ ਇੱਥੇ ਆਪਣੇ ਛੱਪਰ ਪਾਏ ਆ, ਢਾਰੇ ਪਾਏ ਆ, ਤੰਬੂ ਲਾਏ ਆ, ਟਰਾਲੀਆਂ ਦੇ ਵਿੱਚ ਗੱਦੇ ਵਿਛਾਏ ਆ, ਇਸੇ ਤਰ੍ਹਾਂ ਨੌਜਵਾਨ ਇਸ ਵੇਲੇ ਤੁਸੀਂ ਦੇਖ ਰਹੇ ਕਿ ਸਾਰੀ ਸਾਰੀ ਰਾਤ ਪਹਿਰਾ ਦਿੰਦੇ ਆ। ਪਹਿਰਾ ਕਿਉਂ ਦਿੰਦੇ ਆ ਕਿ ਸਰਕਾਰ ਵੱਲੋਂ ਇਹਨਾਂ ਦਾ ਕਹਿਣਾ ਕਿ ਜਾਂ ਪੁਲਿਸ ਵੱਲੋਂ ਇੱਦਾਂ ਦੇ ਨੌਜਵਾਨ ਭੇਜੇ ਜਾਂਦੇ ਆ ਜਿਹੜੇ ਪੈਟਰੋਲ ਪਾ ਕੇ ਬੋਤਲਾਂ ਦੇ ਵਿੱਚ ਉਹ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੀਆਂ ਟਰਾਲੀਆਂ ਜਾਂ ਤੰਬੂਆਂ ਨੂੰ ਅੱਗ ਲਾਈ ਜਾਵੇ। ਆਪਾਂ ਦੇਖਦੇ ਹਾਂ ਕਿ ਇਸ ਵੇਲੇ ਨੌਜਵਾਨ ਜਿਹੜੇ ਆ ਉਹ ਆਪਣੀ ਪੂਰੀ ਮਿਹਨਤ ਦੇ ਨਾਲ ਜੇ ਆਪਣੇ ਸਾਥੀਆਂ ਦਾ ਜਿੱਥੇ ਉਹ ਬਹੁਤ ਵੱਡਾ ਰਾਖੀ ਵੀ ਕਰਦੇ ਆ ਸਾਰੀ ਸਾਰੀ ਰਾਤ ਕਰਕੇ, ਤੇ ਨਾਲ ਹੀ ਇਸ ਅੰਦੋਲਨ ਦੇ ਵਿੱਚ ਪੂਰਾ ਆਪਣਾ ਯੋਗਦਾਨ ਇੱਦਾਂ ਦਾ ਪਾਉਂਦੇ ਆ ਕਿ ਇਹ ਅੰਦੋਲਨ ਕਿਸੇ ਤਰ੍ਹਾਂ ਵੀ ਡਾਵਾਂ-ਡਾਊਨ ਨਾ ਹੋਵੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਪੰਜਾਬ ਦੇ ਕਿਹੜੇ ਖਿੱਤੇ ਤੋਂ ਆਏ ਤੁਸੀਂ, ਕਿਹੜਾ ਜ਼ਿਲ੍ਹਾ ਤੁਹਾਡਾ? ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਆ ਜੀ, ਪਿੰਡ ਰੋੜਾਂ ਵਾਲਾ। ਇਸ ਵੇਲੇ ਤਕਰੀਬਨ ਰਾਤ ਦੇ 10-11 ਵੱਜ ਚੁੱਕੇ ਆ। ਤੁਹਾਡੇ ਨੌਜਵਾਨ ਬਾਹਰ ਖੜੇ ਪਹਿਰਾ ਦੇ ਪਿੱਛੇ ਤੱਕ ਦੇਖਦੇ ਆ ਰਹੇ ਆ। ਤੁਹਾਨੂੰ ਕਿੱਦਾਂ ਲੱਗਦਾ ਕਿ ਜਿਹੜੀ ਆਪਣੀ ਸਥਿਤੀ ਅੰਦੋਲਨ ਦੀ ਬਹੁਤ ਜ਼ਿਆਦਾ ਸਿਖਰ ਤੇ ਗਈ ਸੀ ਉਹ ਦੁਬਾਰਾ ਹੁਣ ਘਟਨਾ ਤੋਂ ਬਾਅਦ ਆ ਗਈ ਬਰਾਬਰ? ਜੀ ਬਿਲਕੁਲ ਜੀ, ਗੱਡੀ ਹੁਣ ਫੇਰ ਲੀਹ ਤੇ ਆ। ਨਾਲੇ ਉਹ ਐਡੇ ਵੱਡੇ ਅੰਦੋਲਨ 'ਚ ਛੋਟੀਆਂ-ਮੋਟੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਜੀ, ਇਹਨਾਂ ਨੂੰ ਬਹੁਤਾ ਮਤਲਬ ਹਾਈਲਾਈਟ ਨਹੀਂ ਕਰਨਾ ਚਾਹੀਦਾ। ਜਿਹੜੀ ਹੁਣ ਘਟਨਾਵਾਂ ਹੋ ਗਈਆਂ ਉਹਨਾਂ ਨੂੰ ਸਾਈਡ 'ਤੇ ਰੱਖ ਕੇ ਹੁਣ ਤੁਸੀਂ ਦੇਖੋ ਵੀ ਲੱਖਾਂ ਦਾ ਇੱਥੇ ਇਕੱਠ ਆ ਜੀ, ਉਹਦੇ 'ਚ 200-400 ਬੰਦੇ ਇੱਧਰ ਉੱਧਰ ਹੁੰਦੇ ਵੀ ਆ। ਤੇ ਤੁਸੀਂ ਦੇਖੋ ਵੀ ਫੌਜ ਹੁੰਦੀ ਆ ਜਿਹੜੀ ਸਾਲ ਡੇਢ ਸਾਲ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ। ਇਹਦੇ ਬਾਵਜੂਦ ਵੀ ਜਦੋਂ ਲੜਾਈ 'ਚ ਜਾਂਦੀ ਆ ਫਿਰ ਵੀ ਕੋਈ ਨਾ ਕੋਈ ਟੁਕੜੀ ਇੱਧਰ ਉੱਧਰ ਹੋ ਹੀ ਜਾਂਦੀ ਆ, ਹੁਕਮ ਤੋਂ ਬਾਹਰ ਹੋ ਹੀ ਜਾਂਦੀ ਆ। ਇਹ ਨੌਜਵਾਨ ਜਿਹੜੇ ਪਿੰਡਾਂ ਤੋਂ ਤੁਸੀਂ ਫੋਨ ਕਰਕੇ ਸੱਦੇ ਪਹੁੰਚ ਰਹੇ ਸਾਰੇ? ਹਾਂਜੀ ਹਾਂਜੀ, ਪਹੁੰਚ ਰਹੇ ਆ ਜੀ, ਪੂਰੇ ਪਹੁੰਚ ਰਹੇ ਆ। ਤੇ ਇੱਥੇ ਮਗਰ ਜਥੇ ਆਇਆ ਤੜਕੇ ਵੀ ਮਾਝੇ ਤੋਂ ਆ ਗਏ। ਅਸੀਂ ਦੇਖ ਰਹੇ ਸੀਗੇ 30-40 ਦੂਜਾ ਟਰੈਕਟਰ ਟਰਾਲੀਆਂ ਆ ਰਹੀਆਂ, ਤੇ ਜਿਹੜੇ 2 ਘੋੜੇ ਟਰਾਲੇ ਵੀ ਆਏ ਆ। ਪੂਰੀ ਹੁਮ ਆ ਕੇ ਸੰਗਤ ਪਹੁੰਚ ਰਹੀ ਆ, ਚੜ੍ਹਦੀ ਕਲਾ ਵਾਲਾ ਮਾਹੌਲ ਆ ਤੇ ਬਹੁਤ ਵਧੀਆ ਜੀ। ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਅੰਦੋਲਨ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਸਿੰਘ ਥੋੜ੍ਹਾ ਜਿਹਾ ਕਦੇ ਝਟਕਾ ਖਾ ਕੇ ਉਦੋਂ ਜ਼ਿਆਦਾ ਜੋਸ਼ ਵਿੱਚ ਦੁਬਾਰਾ ਆਪਣੀ ਕਲਾ ਦਿਖਾਉਂਦੇ ਆ ਤੇ ਆਪਣਾ ਜਿਹੜਾ ਸਾਡੇ ਪੰਜਾਬੀਅਤ ਦਾ ਖੂਨ ਆ ਉਸ ਤੋਂ ਵੀ ਵੱਧ ਵਾਲੇ ਮਾਰਦਾ? ਪਰ ਆਪਾਂ ਨੂੰ ਲੱਗਦਾ ਕਿ ਹੁਣ ਜਿਹੜੇ ਸਾਡੇ ਬਜ਼ੁਰਗ ਲੀਡਰ ਹੈਗੇ ਆ ਉਹ ਜਿਸ ਤਰ੍ਹਾਂ ਸਰਕਾਰ ਦੇ ਅੱਜ ਮੋਦੀ ਦਾ ਵੀ ਬਿਆਨ ਆਇਆ ਕਿ ਅਸੀਂ ਜਿਹੜਾ ਤੁਹਾਨੂੰ ਪ੍ਰਪੋਜ਼ਲ ਦਿੱਤੀ ਅਸੀਂ ਉਹਦੇ 'ਤੇ ਤਿਆਰ ਹਾਂ, ਕਰੀਬ ਕਹਿ ਸਕਦੇ 2 ਮਹੀਨੇ ਤੋਂ ਉੱਪਰ ਦੇ ਸਫ਼ਰ ਤੋਂ ਬਾਅਦ ਅੰਦੋਲਨ ਦੇ ਅੱਜ ਪਹਿਲੀ ਵਾਰੀ ਮੋਦੀ ਨੇ ਆਪਣਾ ਮੂੰਹ ਖੋਲ੍ਹਿਆ ਜੀ। ਇਹ ਸੰਘਰਸ਼ ਦਿਨ ਜਿਹੜੀ ਪੌੜੀਆਂ ਪੜਾਅ ਪੜਾਅ ਸਫਲਤਾ ਵੱਲ ਹੀ ਵੱਧ ਰਿਹਾ ਜੀ, ਤੇ ਸਾਨੂੰ ਵੀ ਖੁਸ਼ੀ ਆਈ। ਸਾਡੀ ਮਿਹਨਤ ਹੈ ਜਿਹੜੀ ਉਹ ਰੰਗ ਲਿਆ ਰਹੀ ਹੈ। ਜਿਹੜੇ ਅਸੀਂ 60-62 ਦਿਨਾਂ ਤੋਂ ਇੱਥੇ ਡਟੇ ਬੈਠੇ ਹਾਂ ਵੀ ਇਹ ਪ੍ਰਾਪਤੀ ਲੈ ਕੇ ਹੀ ਜਾਵਾਂਗੇ ਜੀ, ਇੱਥੋਂ ਖਾਲੀ ਹੱਥ ਤਾਂ ਮੁੜਦੇ ਨਹੀਂ ਜੀ। ਮੋਦੀ ਨੂੰ ਵੀ ਬੋਲਣਾ ਪਊਗਾ, ਸਾਡੇ ਹੱਕ ਦੇਣੇ ਪੈਣਗੇ, ਕਾਨੂੰਨ ਰੱਦ ਕਰਨੇ ਪੈਣਗੇ, MSP 'ਤੇ ਕਾਨੂੰਨ ਬਣਾਉਣਾ ਪਊਗਾ। ਸਾਰਾ ਕੁਝ ਕਰਾ ਕੇ ਹੀ ਮੁੜਾਂਗੇ ਜੀ, ਉਹਨਾਂ ਟਾਈਮ ਨਹੀਂ ਮੁੜਦੇ। ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਕਿ ਨੌਜਵਾਨ ਜਿਹੜੇ ਪੰਜਾਬ 'ਚ ਬੈਠੇ ਆ ਉੱਥੇ ਪੰਜਾਬ ਦੇ ਵਿੱਚ ਇਸ ਵੇਲੇ ਆ ਸੋਸ਼ਲ ਮੀਡੀਆ ਨੈੱਟਵਰਕ ਬੰਦ ਹੋਣ ਕਰਕੇ ਸਰਕਾਰੀ ਚੈਨਲਾਂ ਦੀਆਂ ਖਬਰਾਂ ਜਾਰੀਆਂ ਜਾ ਰਹੀਆਂ। ਉੱਥੇ ਲੋਕਾਂ ਦੇ ਵਿੱਚ ਇਸ ਗੱਲ ਦੀ ਫਿਰ ਕਈ ਵਾਰੀ ਡਰ ਹੋ ਜਾਂਦਾ ਵੀ ਸਾਡੇ ਨੌਜਵਾਨ, ਸਾਡੇ ਭਰਾ, ਸਾਡੇ ਪੁੱਤ ਇਸ ਅੰਦੋਲਨ 'ਚ ਗਏ ਆ, ਅਤੇ ਇਹ ਨੈਗੇਟਿਵ ਖਬਰਾਂ ਬਹੁਤ ਜ਼ਿਆਦੀਆਂ ਦਿਖਾਈਆਂ ਜਾਂਦੀਆਂ ਆ। ਅਤੇ ਪਰ ਗਰਾਊਂਡ 'ਤੇ ਇਸ ਵੇਲੇ ਜਿਹੜਾ ਤੁਸੀਂ ਆਪ ਅੱਖੀਂ ਦੇਖਦੇ ਆ, ਅਸੀਂ ਵੀ ਇਹ ਸਾਰੇ ਹਾਲਾਤ ਦੇਖਦੇ ਹਾਂ ਕਿ ਸਾਡੇ ਅੰਕਲਨ ਮੁਤਾਬਕ ਅੰਦੋਲਨ ਪਹਿਲਾਂ ਨਾਲੋਂ ਵੱਧ ਸਟਰੋਂਗ ਹੋਇਆ। ਤੁਸੀਂ ਕਿੱਦਾਂ ਦੇਖਦੇ? ਬਿਲਕੁਲ ਜੀ, ਸ਼ੇਰ ਜਦੋਂ ਪਿੱਛੇ ਹਟਦਾ ਗਾ ਇਹਦਾ ਮਤਲਬ ਇਹ ਨਹੀਂ ਵੀ ਉਹ ਭੱਜ ਗਿਆ, ਉਹ ਤਕੜੀ ਛਾਲ ਲਾਉਣ ਵਾਸਤੇ ਪਿੱਛੇ ਹਟਦਾ ਗਾ। ਅਤੇ ਜੇ ਕਿਸੇ ਨੂੰ ਭੁਲੇਖਾ ਗਾ ਤਾਂ ਉਹਨੂੰ ਆਪਦੇ ਮਨ 'ਚੋਂ ਭੁਲੇਖਾ ਕੱਢ ਦੇਣਾ ਚਾਹੀਦਾ। ਅੰਦੋਲਨ ਆ ਜਿਹੜਾ ਉਹ ਚੜ੍ਹਦੀ ਕਲਾ 'ਚ ਆ। ਪਰਸੋਂ ਅਸੀਂ ਕੱਲ੍ਹ ਗਾਜੀਪੁਰ ਗਏ ਸੀਗੇ, ਅਸੀਂ ਉੱਥੇ ਵੀ ਮਾਹੌਲ ਦੇਖ ਕੇ ਆਏ ਹਾਂ, ਸਾਰਾ ਕੁਝ ਚੜ੍ਹਦੀ ਕਲਾ 'ਚ ਆ। ਅੱਜ ਅਸੀਂ ਟਿੱਕਰੀ ਤੋਂ ਹੁਣੇ ਵਾਪਸ ਆਏ ਹਾਂ, ਸਭ ਕੁਝ ਚੜ੍ਹਦੀ ਕਲਾ ਵਾਲਾ ਮਾਹੌਲ ਆ ਜੀ, ਕੋਈ ਇੱਥੇ ਡਰਨ ਵਾਲੀ ਲੋੜ ਨਹੀਂ। ਚੜ੍ਹਦੀ ਕਲਾ ਵਾਲੇ ਵੀ ਜੋ ਵੀ ਸਰਕਾਰ ਸਾਨੂੰ ਮੁਸ਼ਕਲ ਪੇਸ਼ ਕਰੂਗੀ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਅਤੇ ਅੰਦੋਲਨ ਨੂੰ ਚੜ੍ਹਦੀ ਕਲਾ ਵੱਲ, ਸਿਖਰਾਂ ਵੱਲ ਲੈ ਕੇ ਜਾਵਾਂਗੇ। ਅੰਦੋਲਨ ਹਜੇ ਵੀ ਸਿਖਰਾਂ ਵੱਲ ਲਿਜਾਣ ਦੀ ਅਤੇ ਉਹਨਾਂ ਵਿੱਚ ਵੱਡੀ ਇੱਕ ਨੌਜਵਾਨੀ ਫਿਰ ਆਪਣਾ ਰੋਲ ਅਦਾ ਕਰੂਗੀ, ਅਤੇ ਬਜ਼ੁਰਗਾਂ ਦਾ ਜਿਹੜਾ ਕਹਿਣਾ ਮੰਨ ਕੇ ਹੁਣ ਅੱਗੇ ਫਿਰ ਇੱਕ ਕਦਮ ਅੱਗੇ ਚੱਲ ਕੇ ਸਰਕਾਰ ਦੇ ਨਾਲ ਟੱਕਰ ਲਈ ਜਾਊਗੀ ਅਤੇ ਕਾਨੂੰਨ ਵਾਪਸ ਕਰਾ ਕੇ ਹੀ ਆਪਣੇ ਪਿੰਡਾਂ ਨੂੰ ਪਰਤਣਗੇ। ਸਾਡੇ ਨਾਲ ਹੋਰ ਨੌਜਵਾਨ ਜੁੜ ਗਿਆ। ਵੀਰ ਜੀ, ਤੁਸੀਂ ਕਿੱਥੋਂ ਆਏ ਹੋ? ਅਸੀਂ ਜੀ ਜ਼ਿਲ੍ਹਾ ਮੋਗਾ ਦਾ ਪਿੰਡ ਡੇਮਰੂ ਕਲਾਂ ਤੋਂ ਹਾਂ, ਤਹਿਸੀਲ ਬਾਘਾ ਪੁਰਾਣਾ ਤੋਂ ਹਾਂ ਜੀ। ਠੀਕ ਆ। ਤੁਸੀਂ ਜਿਸ ਤਰ੍ਹਾਂ ਹੀ ਦੇਖਿਆ ਕਿ ਪੱਕੀਆਂ ਆਪਣੀਆਂ ਲਗਭਗ 1.5-2 ਮਹੀਨੇ ਹੋ ਗਏ ਤੁਹਾਨੂੰ ਇੱਥੇ,
ਆਪਣੀ ਸ਼ੈੱਡਾਂ ਬਣਾਈਆਂ ਹੋਈਆਂ, ਟਰਾਲੀਆਂ ਦੇ ਉੱਤੇ ਵੀ ਵਧੀਆ ਆਪਣਾ ਪ੍ਰਬੰਧ ਕੀਤਾ ਹੋਇਆ। ਜਿਹੜੀ ਅਫਵਾਹ ਫੈਲ ਰਹੀ ਸੀ ਕਿ ਨੌਜਵਾਨ ਇੱਥੋਂ ਪੁਲਿਸ ਜਿਹੜੀ ਆ ਜਾਂ ਏਜੰਸੀਆਂ ਆ ਉਹ ਰਾਤ ਨੂੰ ਹਮਲੇ ਕਰਾਉਂਦੀਆਂ ਜਾਂ ਰਾਤ ਨੂੰ ਕੋਈ ਨੁਕਸਾਨ ਪਹੁੰਚਾ ਰਹੀਆਂ, ਤੁਸੀਂ ਰਾਤ ਨੂੰ ਫਿਰ ਕਿੱਦਾਂ ਸਾਰੇ ਰਲ ਮਿਲ ਕੇ ਰਾਖੀ ਕਰਦੇ? ਅਸੀਂ ਜੀ ਮੰਨ ਲਓ ਆਪਣੀਆਂ ਡਿਊਟੀਆਂ ਵੰਡੀਆਂ ਗਈਆਂ ਤੇ ਆਪਣੀ ਡਿਊਟੀ ਦੇ ਪ੍ਰਤੀ ਸੁਹਿਰਦਾਂਗੇ। ਅਸੀਂ ਕੋਈ ਇੱਥੇ ਮੇਲੇ 'ਚ ਨਹੀਂ ਆਏ, ਅਸੀਂ ਜੰਗ 'ਚ ਬੈਠੇ ਹਾਂ ਤੇ ਹਰ ਹਾਲਾਤ ਨਾਲ ਅਸੀਂ ਟੱਕਰ ਲੈਣ ਨੂੰ ਤਿਆਰ ਬਰ ਤਿਆਰ ਬੈਠੇ ਹਾਂ। ਸਰਕਾਰ ਕੋਈ ਵੀ ਪੈਂਤੜਾ ਚੱਲੇ ਉਹਦਾ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ ਤੇ ਸਾਰਿਆਂ ਦਾ ਮਨੋਬਲ ਬਹੁਤ ਉੱਚਾ। ਤੁਸੀਂ ਜਿੰਨਾ ਮਰਜ਼ੀ ਗੱਲ ਕਰੋ, ਪਹਿਲਾਂ ਨਾਲੋਂ ਵੀ ਸਪਿਰਿਟ ਵੱਧ ਆ ਹਰ ਇੱਕ 'ਚ। ਸਰਕਾਰ ਪੱਖੀ ਚੈਨਲ ਇਸ ਵੇਲੇ ਪੰਜਾਬ ਵਿੱਚ ਲੋਕਾਂ ਦੇ ਵਿੱਚ ਗਲਤ ਖਬਰਾਂ ਫੈਲਾ ਕੇ ਡਰ ਦਾ ਮਾਹੌਲ ਬਣਾਉਂਦੇ ਆ ਕਿ ਤਾਂ ਕਿ ਲੋਕਾਂ ਦੇ ਮਾਪੇ ਉਹ ਫਿਕਰ 'ਚ ਪੈਣ, ਹੋਰ ਨੌਜਵਾਨ ਨਾ ਆਉਣ। ਪਰ ਤੁਸੀਂ ਇੱਥੇ ਇਸ ਵੇਲੇ ਆਪਣੇ ਪਿੰਡੇ ਦੇ ਸਾਰਾ ਇਹ ਹੰਢਾ ਰਹੇ ਹੋ। ਤੁਸੀਂ ਨੌਜਵਾਨਾਂ ਨੂੰ ਜਾਂ ਉੱਥੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਇੱਥੇ ਬਿਲਕੁਲ ਕਿਸੇ ਤਰ੍ਹਾਂ ਦਾ ਡਰ ਨਹੀਂ, ਭੈ ਨਹੀਂ, ਅੰਦੋਲਨ ਪਹਿਲਾਂ ਨਾਲੋਂ ਵੀ ਸਟਰੋਂਗ ਹੋ ਗਿਆ? ਹਾਂਜੀ, ਮੈਂ ਇਹੀ ਮੈਸੇਜ ਦਿੰਦਾ, ਜੋ ਵੀ ਆਪਣਾ ਨੈਸ਼ਨਲ ਮੀਡੀਆ ਜੋ ਤਕਰੀਬਨ ਸਟੇਟ ਦੇ ਹੱਕ 'ਚ ਹੀ ਭੁਗਤਦਾ ਗਾ, ਉਹ ਸਟੇਟ ਪੱਖੀ ਗੱਲ ਕਰਦਾ, ਸਾਨੂੰ ਉਹਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਤੇ ਮੇਰੀ ਨੌਜਵਾਨ ਭਰਾਵਾਂ ਨੂੰ ਇਹੀ ਅਪੀਲ ਆ ਕਿ ਆਪਣਾ ਇਤਿਹਾਸ ਪੜ੍ਹੋ। ਅਸੀਂ ਕਦੇ ਵੀ ਮੰਨ ਲਓ ਖਦਰਾਣੇ ਦੀ ਢਾਬ ਹੋਵੇ ਜਾਂ ਚਮਕੌਰ ਦੀ ਗੜੀ ਹੋਵੇ, ਅਸੀਂ ਜੰਗ ਛੱਡ ਕੇ ਨਹੀਂ ਭੱਜੇ। ਇਹ ਤਾਂ ਹਾਲਾਤ ਅਜੇ ਬਹੁਤ ਸਮੂਥ ਆ, ਕੋਈ ਐਡੀ ਵੱਡੀ ਗੱਲ ਨਹੀਂ ਹੋਈ ਸੀਗੀ। ਜਿੱਦਾਂ ਕੋਈ ਮੇਰੇ ਹਿਸਾਬ ਨਾਲ ਕੋਈ ਬਹੁਤਾ ਗਏ ਵੀ ਨਹੀਂ ਨੌਜਵਾਨ, ਬਹੁਤੇ 26 ਦੀ ਤਿਆਰੀ ਨਾਲ ਆਏ ਸੀ, ਉਹ ਵਾਪਸ ਚਲੇ ਗਏ ਤੇ ਉਹ ਦੁਬਾਰਾ ਫੇਰ ਪਰਤਣ ਲੱਗ ਗਿਆ ਸੀ। ਇੱਕ ਵਾਰੀ ਫੇਰ ਨਵੀਂ ਸਪਿਰਿਟ ਨਾਲ ਉੱਭਰਾਂਗੇ, ਮੇਰਾ ਇਹ ਯਕੀਨ ਹੈ। ਤੇ ਜੇਕਰ ਕੋਈ 2-4% ਵੀ ਕੋਈ ਸਹਿਮੇ ਵੀ ਹੋਣਗੇ, ਉਹ ਇੱਕ ਦੇ ਦਿਨ 'ਚ ਜਿੱਦਾਂ ਹੀ ਨੈਟ ਮੰਨ ਲਓ ਚੱਲਦਾ ਗਾ ਤੇ ਸਾਰੀਆਂ ਉਹ ਜਿਹੜੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਉਹ ਚੂਰੋ ਚੂਰ ਹੋ ਜਾਣਗੀਆਂ ਤੇ ਅਸੀਂ ਦੁਬਾਰਾ ਸਰਕਾਰ ਨੂੰ ਟੱਕਰ ਦੇਵਾਂਗੇ। ਹੁਣ ਨੈੱਟ ਬੰਦ ਕਰਨ ਦਾ ਇਹੀ ਆ ਉਹਨਾਂ ਦਾ ਮਕਸਦ ਵੀ ਤੁਹਾਡੀ ਜਿਹੜੀ ਸਹੀ ਖਬਰ ਪੰਜਾਬ ਤੱਕ, ਪੰਜਾਬ ਜਾਂ ਕਿਸਾਨ ਪੱਖੀ ਮੀਡੀਆ ਸੀ ਜਿਹੜਾ ਤੁਹਾਡਾ ਸੱਚ ਗਰਾਊਂਡ ਤੋਂ ਦਿਖਾ ਰਿਹਾ ਸੀ, ਵੀ ਉਹ ਲੋਕਾਂ ਤੱਕ ਸੱਚ ਨਾ ਪਹੁੰਚੇ। ਇਹੀ ਮਕਸਦ ਸੀਗਾ ਜੀ। ਸੈਸ਼ਨ ਚੱਲਦਾ ਸੀਗਾ, ਇਹਨਾਂ ਨੂੰ ਡਰ ਸੀਗਾ ਕਿ ਕਿੱਦਾਂ ਦੁਬਾਰਾ ਫੇਰ ਨਾ ਮੰਨ ਲਓ ਇੱਕ ਸਾਨੂੰ ਕੋਈ ਟੱਕਰ ਦੇਣ ਵਾਸਤੇ ਦੁਬਾਰਾ ਵੱਡਾ ਲੋਕਾਂ ਦਾ ਹਜੂਮ ਆ ਜੇ। ਇਸੇ ਸਰਕਾਰ ਤਾਂ ਕੰਬੀ ਪਈ ਆ। ਮੰਨ ਲਓ ਸਾਡੀ ਜਿੱਤ ਦਾ ਇੱਕ ਐਲਾਨ ਹੋਣਾ ਬਾਕੀ ਹੈਗਾ। ਇਹ ਨੈੱਟ ਬੰਦ ਕਰ ਲੈਣ, ਕੱਲ੍ਹ ਨੂੰ ਹੋ ਸਕਦਾ ਸਾਡੇ ਟੈਲੀਫੋਨ ਵੀ ਬੰਦ ਕਰ ਦੇਣ, ਪਰ ਅਸੀਂ ਘਬਰਾਉਣ ਵਾਲੇ ਨਹੀਂ। ਜਿਹੜੇ ਇੱਥੇ ਯੋਧੇ ਡਟੇ ਆ ਤੇ ਸਾਡੇ ਭਰਾ ਹੋਰ ਸਟੇਟਾਂ ਦੇ ਹੋਰ ਦੇਸ਼ਾਂ 'ਚ ਵੀ ਡਟੇ ਹੋਏ ਆ ਸਾਡੇ ਨਾਲ। ਕੋਈ ਨਹੀਂ, ਜੇ ਚਲੇ ਗਏ ਬਹੁਤੇ ਤੇ ਬਹੁਤੇ ਵਾਪਸ ਵੀ ਆ ਰਹੇ ਨਾ, ਤੇ ਮੀਡੀਆ ਨੂੰ ਵੀ ਦਿਖਾਉਣਾ ਚਾਹੀਦਾ। ਤੁਹਾਡੇ ਵਰਗੇ ਚੈਨਲ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਰੇ ਪੋਜ਼ੀਟਿਵ ਆਈ, ਤੁਸੀਂ ਜਿਹੜੇ ਤੰਬੂ 'ਚ ਮਰਜੀ ਜਾਓ, ਵੱਧ ਤੋਂ ਵੱਧ ਹਰ ਇੱਕ ਤੋਂ ਵੱਧ ਅੱਗੇ ਨੂੰ ਵੱਧ ਹੌਸਲਾ ਮਿਲੂਗਾ। ਜਿਸ ਤਰ੍ਹਾਂ ਮੋਦੀ ਨੇ ਅੱਜ ਬਿਆਨ ਦਿੱਤਾ ਕਿ ਖੇਤੀ ਮੰਤਰੀ ਤੋਮਰ ਦੇ ਬਿਆਨ ਤੇ ਸਰਕਾਰ ਜਿਹੜੀ ਹਜੇ ਵੀ ਸੋਚਣ ਨੂੰ ਗੰਭੀਰ ਆ ਤੇ ਕਿਸਾਨਾਂ ਦੇ ਫੈਸਲੇ ਦੀ ਉਡੀਕ ਕਰ ਰਹੇ ਆ, ਕਿਸਾਨ ਜਥੇਬੰਦੀਆਂ ਹੁਣ ਕਿੱਦਾਂ ਦਾ ਫੈਸਲਾ ਲੈ ਸਕਦੀਆਂ? ਦੇਖੋ ਜੀ, ਸਾਨੂੰ ਭਰੋਸਾ ਗਾ ਕਿ ਅਸੀਂ ਕਾਨੂੰਨ ਰੱਦ ਤੋਂ ਘੱਟ ਕੋਈ ਇਹਨਾਂ ਨਾਲ ਗੱਲ ਨਹੀਂ ਕਰਨੀ। ਤੇ ਇਦੋਂ ਪਹਿਲਾਂ ਮੇਰੀ ਇੱਕ ਐਜ਼ ਏ ਨੌਜਵਾਨ ਕਿਸਾਨ ਜਥੇਬੰਦੀਆਂ ਨੂੰ ਵੀ ਇਹੀ ਅਪੀਲ ਹੈ ਕਿ ਪਹਿਲਾਂ ਸਾਡੇ ਜਿਹੜੇ 41-42 ਨੌਜਵਾਨ ਆ ਜਿਨ੍ਹਾਂ ਤੇ ਪਰਚੇ ਹੋਏ ਆ, ਤੇ ਇੱਕ ਪਰਸੋਂ ਸਾਡਾ ਨੌਜਵਾਨ ਧਰਨੇ ਦੇ ਵਿੱਚੋਂ ਚੱਕ ਕੇ ਲੈ ਗਏ ਆ, ਜਿਹੜੇ ਜੋ ਬੀਜੇਪੀ ਦੇ ਕਾਣਕੂਨ ਆ ਨਾ, ਉਹ ਵਿੱਚੋਂ ਚੱਕ ਕੇ ਗਿਆ। ਸ਼ਾਂਤਮਈ ਦਾ ਆਦੇਸ਼ ਦਿੰਦੇ ਸੀਗੇ ਤੇ ਸਾਨੂੰ ਪਹਿਲਾਂ ਉਹਨਾਂ ਨੂੰ ਬਾਹਰ ਕਢਵਾ ਕੇ ਅਗਲੀ ਗੱਲ ਲਈ ਟੇਬਲ ਤੇ ਸਾਨੂੰ ਫੇਰ ਜਾਣਾ ਚਾਹੀਦਾ ਗਾ। ਤੇ ਖੇਤੀ ਕਾਨੂੰਨਾਂ ਤੋਂ ਘੱਟ, ਰੱਦ ਤੋਂ ਘੱਟ ਅਸੀਂ ਗੱਲ ਕੋਈ ਨਹੀਂ ਬਾਨੀ ਜੀ, ਅਸੀਂ ਇੱਥੋਂ ਜਾਣ ਵਾਲੇ ਨਹੀਂ। ਖੇਤੀ ਕਾਨੂੰਨ ਰੱਦ ਹੋਣ ਤੋਂ ਬਿਨਾਂ ਕੋਈ ਗੱਲ ਨੌਜਵਾਨਾਂ ਨੂੰ ਹਜੇ ਵੀ ਮਨਜ਼ੂਰ ਨਹੀਂ। ਇਹਨਾਂ ਨੂੰ ਲਗਭਗ 2 ਮਹੀਨੇ ਦਾ ਸਮਾਂ ਇਸ ਤੰਬੂ, ਇਸ ਕੁੱਲੀ ਦੇ ਵਿੱਚ ਜਾਂ ਇਸ ਆਪਣੇ ਰੈਣ ਬਸੇਰੇ ਦੇ ਵਿੱਚ ਹੋ ਗਿਆ। ਹੌਸਲੇ ਹਜੇ ਵੀ ਬੁਲੰਦ ਆ। ਗਰਾਊਂਡ ਤੇ ਇਸ ਵੇਲੇ ਜੋ ਰਿਪੋਰਟਾਂ ਸਰਕਾਰੀ ਪੱਖੀ ਮੀਡੀਆ ਤੋਂ ਦਿਖਾ ਰਹੀਆਂ ਉਸ ਤੋਂ ਬਹੁਤ ਜ਼ਿਆਦਾ ਭਿੰਨ ਆ। ਇਕੱਠ-ਮੱਠ ਜਿਹੜਾ ਆ ਉਹ ਲੋਕਾਂ ਦਾ ਪਹਿਲਾਂ ਨਾਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਆਉਣਾ ਗੱਡੀਆਂ ਰਾਹੀਂ, ਬੱਸਾਂ ਰਾਹੀਂ, ਟਰੱਕਾਂ ਰਾਹੀਂ, ਟਰਾਲੀਆਂ ਰਾਹੀਂ ਵੱਧ ਹੋ ਗਿਆ। ਸਾਡੇ ਨਾਲ ਹੋਰ ਨੌਜਵਾਨ ਜੁੜੇ ਆ, ਉਹਨਾਂ ਨਾਲ ਵੀ ਗੱਲ ਕਰਦੇ ਆ। ਵੀਰ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਵੀਰ ਜੀ ਸ਼੍ਰੀ ਮੁਕਤਸਰ ਸਾਹਿਬ, ਪਿੰਡ ਆਪਣਾ ਰਾਮਗੜ੍ਹ ਹੈ। ਤੇ ਜਿਵੇਂ ਨੌਜਵਾਨਾਂ ਨੂੰ ਇਕੱਠੇ ਬਰਗਲਾ ਕੇ ਲੋਕਲ ਦੱਸ ਕੇ ਉਹਨਾਂ ਤੋਂ ਪੱਥਰਬਾਜੀ ਉੱਥੇ ਕੈਂਪ ਦੇ ਲਾਗੇ ਸਿੰਘੂ ਬਾਰਡਰ ਤੇ ਕਰਾਈ ਜਾ ਰਹੀ ਆ, ਇਹ ਸਰਕਾਰ ਹੁਣ ਆਪਣੇ ਉਸ ਨੀਤੀ ਤੇ ਆ ਗਈ ਆ ਜਿਹੜੀ ਇੱਕ ਸਰਕਾਰ ਨੂੰ ਇਹ ਸ਼ੋਭਾ ਨਹੀਂ ਦਿੰਦੀ। ਹਾਂਜੀ ਵੀਰ, ਬਿਲਕੁਲ। ਮਤਲਬ ਜਿਹੜੇ ਉੱਥੋਂ ਦੇ ਜੋ ਵੀ ਆਉਂਦੀ ਆ, ਮਤਲਬ ਉੱਥੇ ਜਿਹੜੇ ਹੰਸਕ ਲੋਕ ਆਉਂਦੇ ਆ, ਉਹ ਇਹ ਤਾਂ ਗੱਲ ਸਪਸ਼ਟ ਆ ਵੀ ਜਿਹੜੀ ਸੰਗਤ ਉੱਥੇ ਬੈਠੀ ਹੋਈ ਆ ਉਹ ਤਾਂ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੀ ਆ, ਠੀਕ ਹੈ ਜੀ। ਤੇ ਇਹ ਸ਼ਰੇਆਮ ਆ ਕੇ ਉੱਥੇ ਪੱਥਰਬਾਜ਼ੀ ਕਰਦੇ ਆ। ਤੁਸੀਂ ਦੇਖਿਆ ਹੋਊਗਾ ਵੀਡੀਓਜ਼ ਦੇ ਵਿੱਚ ਵੀ, ਹੋਰ ਵੀ ਆਪਣੇ ਕੋਲੇ ਜੋ ਵੀ ਫੋਟੋਜ਼ ਵਗੈਰਾ ਹੈਗਾ, ਉਹਦੇ ਵਿੱਚ ਜਿਹੜੀ ਉੱਥੋਂ ਦੀ ਫੋਰਸ ਆ ਜਾਂ ਪੁਲਿਸ ਆ, ਉਹ ਸਾਈਡ 'ਤੇ ਖੜ੍ਹ ਕੇ ਦੇਖ ਰਹੀ ਆ ਸਭ ਕੁਛ। ਉਹਨਾਂ ਨੂੰ ਕੁਛ ਨਹੀਂ ਰਿਐਕਟ ਕਰ ਰਹੀ, ਨਾ ਉਹਨਾਂ ਨੂੰ ਰੋਕਣ ਲਈ ਰਿਐਕਟ ਕਰ ਰਹੀ ਆ, ਨਾ ਉਹਨਾਂ ਦੇ ਕੁਛ ਬਿਆਨਬਾਜ਼ੀ ਕਰ ਰਹੀ ਵੀ ਤੁਸੀਂ ਰਹਿਣ ਦਿਓ। ਤੇ ਉਹ ਸ਼ਰੇਆਮ ਆਉਂਦੇ ਆ ਜੀ, 2-3 ਦਿਨ ਲਗਾਤਾਰ ਆਉਂਦੇ ਰਹੇ ਜੀ। ਉਹ ਨੱਤਾ ਕੇ ਪੱਥਰ ਮਾਰ ਜਾਂਦੇ ਆਪਣੇ ਬੰਦੇ, ਉਹਨਾਂ ਨੂੰ ਅੱਗੋਂ ਸਗੋਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਵਿਦਰੋਹ ਕਰਦੇ ਵੀ ਕਹਿਣ ਦਾ, ਉਹਨਾਂ ਨੂੰ ਕਹਿੰਦੇ ਵੀ ਨਾ ਕਰੋ। ਤੇ ਆਪਣਾ ਕੱਲ੍ਹ ਪਰਸੋਂ ਇੱਕ ਮੁੰਡਾ ਜਿਹੜਾ ਚੱਕਿਆ ਗਿਆ ਜੀ
ਸ਼ਰੇਆਮ ਇਹਨਾਂ ਨੇ ਜੀ ਪੁਲਿਸ ਨੇ ਸ਼ਰੇਆਮ ਫੜ ਕੇ ਉਹ ਬੰਦੇ ਦੀ ਬਾਂਹ ਜੀ ਇਹਨਾਂ ਨੇ ਧੂ ਕੇ ਜੀ ਵਿੱਚ ਜਾ ਕੇ ਉਦੋਂ ਮੁੜ ਕੇ ਠੁੱਡਿਆਂ ਨਾਲ ਕੁੱਟਿਆ, ਉਦੋਂ ਮੁੜ ਕੇ ਉਹਨਾਂ ਨੇ ਕੁੱਟਿਆ ਜੀ। ਅਸੀਂ ਮੇਰੀ ਸਭ ਤੋਂ ਪਹਿਲਾਂ ਤਾਂ ਉਹ ਅਪੀਲ ਆ ਵੀ ਉਸ ਮੁੰਡੇ ਬਾਰੇ ਫੁੱਲ ਕਾਰਵਾਈ ਕੀਤੀ ਜਾਵੇ, ਪਤਾ ਕੀਤਾ ਜਾਵੇ ਉਹ ਕਿੱਥੇ ਆ ਜੀ ਤੇ ਕਿਵੇਂ ਆ ਜੀ। ਜੇ ਨਹੀਂ ਹਜੇ ਤੱਕ ਆਪਦੇ ਪਰਿਵਾਰ ਕੋਲ ਉੱਪੜਿਆ ਜਾਂ ਨਹੀਂ ਟਰਾਲੀ 'ਚ ਆਇਆ ਤਾਂ ਮੇਰਾ ਮੀਡੀਆ ਰਾਹੀਂ ਇਹੀ ਮੈਸੇਜ ਆ ਜੀ, ਉਹ ਬੰਦੇ ਨੂੰ ਉਹਦੇ ਪਰਿਵਾਰ ਤੋਂ ਉੱਪੜਦਾ ਕੀਤਾ ਜਾਵੇ ਜੀ। ਤੇ ਜਥੇਬੰਦੀਆਂ ਨੂੰ ਮੇਰੀ ਇਹੀ ਅਪੀਲ ਆ, ਜਿਹੜੇ ਬੰਦੇ ਦਿਨ ਬ ਦਿਨ ਗਾਇਬ ਹੋਈ ਜਾਂਦੇ 43 ਬੰਦੇ ਹੁਣ ਤੱਕ ਗਾਇਬ ਆ ਇਹ ਸਿੰਘੂ ਬਾਰਡਰ ਤੋਂ, ਤੇ ਪੱਤਰਕਾਰ ਕੱਲ੍ਹ 2 ਮੁੰਡੇ ਚੱਕੇ ਗਏ ਆ ਜੀ, ਤੇ ਉਹਨਾਂ ਬਾਰੇ ਵੀ ਪੂਰੀ ਕਾਰਵਾਈ ਕੀਤੀ ਜਾਵੇ। ਆਪਣੀ ਸਭ ਤੋਂ ਪਹਿਲੀ ਮੰਗ ਹੀ ਇਹ ਹੋਣੀ ਚਾਹੀਦੀ ਹੈ, ਹੁਣ ਜੇ ਆਪਣੀ ਮੀਟਿੰਗ ਹੁੰਦੀ ਆ ਤਾਂ ਆਪਣੀ ਪਹਿਲਾਂ ਬੰਦੇ ਛਡਾਉਣ ਦੀ ਮੰਗ ਹੋਣੀ ਚਾਹੀਦੀ ਹੈ ਜੀ, ਫਿਰ ਬਾਅਦ 'ਚ ਆਪਣਾ ਫਰਜ਼ ਆ ਕਿ ਆਪਾਂ ਬਾਅਦ 'ਚ ਕਾਨੂੰਨਾਂ 'ਤੇ ਗੱਲ ਕਰੀਏ ਜੀ। ਮੇਰੀ ਵਾਰ-ਵਾਰ ਇਹੀ ਬੇਨਤੀ ਆ। ਤੇ ਮੇਰਾ ਦੂਜਾ ਸੁਨੇਹਾ ਇਹ ਆ ਵੀ ਜਿਹੜੇ ਮੁੰਡੇ ਪੰਜਾਬ 'ਚ ਬੈਠੇ ਹੋਏ ਆ ਜੀ, ਜੇ ਆਪਾਂ ਅੱਜ ਪੰਜਾਬ ਨਾਲ ਮੋਢਾ ਜੋੜ ਕੇ ਖੜਾਂਗੇ, ਦੂਜਾ ਪੰਜਾਬ ਆ ਜੀ, ਇਹਨੂੰ ਦੂਜਾ ਪੰਜਾਬ ਕਿਹਾ ਜਾਂਦਾ ਸੰਘਰਸ਼ ਨੂੰ ਜੀ। ਤੇ ਮੇਰਾ ਇਹੀ ਸੁਨੇਹਾ ਵੀ ਉਹਨਾਂ ਮੁੰਡਿਆਂ ਨੂੰ ਪੰਜਾਬ 'ਚ ਜਿਹੜੇ ਇਸ ਟਾਈਮ ਬੈਠੇ ਹੋਏ ਆ, ਬਹਾਨਾ ਨੂੰ ਛੱਡ ਕੇ ਆਪਦੇ ਜ਼ਰੂਰੀ ਕੰਮ ਜਿਹੜੇ ਹੈਗੇ ਨਵੇੜ ਕੇ ਪੰਜਾਬ ਪੁੱਜੋ। ਜਿਵੇਂ ਹਰਿਆਣਾ ਆਇਆ, ਜਿਵੇਂ ਡਕੈਤ ਵਾਲੀ ਯੂਪੀ ਵਾਲੀ ਸਾਈਡ ਤੋਂ ਸੰਗਤ ਆਈ ਆ, ਪੰਜਾਬ ਨਾਲ ਖੜਨ ਦੀ ਲੋੜ ਆ ਜੀ। ਤੇ ਇੱਕ ਮੇਰੀ ਹੋਰ ਗੱਲ ਆ ਜੀ, ਜਿਹੜੀਆਂ ਅਫਵਾਹਾਂ ਫੈਲ ਰਹੀਆਂ ਉਹਨਾਂ ਦੇ ਵੱਧ ਤੋਂ ਵੱਧ ਆਪਾਂ ਨੂੰ ਕਹਿਣ ਦਾ ਆਪਾਂ ਇਗਨੋਰ ਕਰਨਾ ਚਾਹੀਦਾ ਹੈ, ਤੇ ਚੰਗੀਆਂ ਚੀਜ਼ਾਂ ਜਿਹੜੀਆਂ ਲੋਕ ਫੈਲਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹ ਚੀਜ਼ਾਂ ਨੂੰ ਸਪਰੈਡ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦਾ ਵੱਧ ਤੋਂ ਵੱਧ ਆਪਾਂ ਨੂੰ ਸੰਯੋਗ ਦੇ ਕੇ ਜਾਂ ਉਹਨਾਂ ਚੀਜ਼ਾਂ ਨੂੰ ਗਾਂਹ ਦੀਆਂ ਉੱਪੜਦੀਆਂ ਕਰਨੀਆਂ ਚਾਹੀਦੀਆਂ। ਜਿਵੇਂ ਆਪਾਂ ਨੂੰ ਜੇ ਕੋਈ ਵੀ ਐਕਟੀਵਿਟੀ ਇੱਥੇ ਹੁੰਦੀ ਆ, ਤੁਸੀਂ ਮੀਡੀਆ ਰਾਹੀਂ ਜਦੋਂ ਦਿੰਦੇ ਹੋ, ਤੁਹਾਡਾ ਫਰਜ਼ ਆ ਕਿ ਪਹਿਲਾਂ ਸਾਨੂੰ ਫੋਨ ਕਰਕੇ ਪੁੱਛੋ ਵੀ ਇਹ ਕੀ ਹਿਸਾਬ ਕਿਤਾਬ ਆ। ਤੁਸੀਂ ਉਹ ਚੀਜ਼ 'ਤੇ ਬਿਆਨਬਾਜ਼ੀ ਦੇ ਦਿੰਦੇ ਪੰਜਾਬ 'ਚ ਬੈਠੇ, ਤੁਸੀਂ ਜਿਹੜੇ ਸੰਗਤ ਆਉਣੀ ਹੁੰਦੀ ਉਹਨੂੰ ਵੀ ਤੁਸੀਂ ਰੋਕ ਦਿੰਦੇ ਆ। ਤੇ ਮੇਰੀ ਵਾਰ-ਵਾਰ ਇਹੀ ਅਪੀਲ ਆ ਸਾਰਿਆਂ ਨੂੰ ਪੰਜਾਬ 'ਚ ਵੀ ਜਿਹੜੇ ਵਸਦੇ ਹੋਏ ਸੰਗਤ ਆ, ਜਿਨ੍ਹਾਂ ਕੋਲ ਨੈੱਟ ਵਗੈਰਾ ਚੱਲਦਾ ਜਾਂ ਜਿਨ੍ਹਾਂ ਕੋਲ ਫੋਨ ਵਧੀਆ ਸਿਸਟਮ ਹੈਗਾ, ਉਹ ਵੱਧ ਤੋਂ ਵੱਧ ਚੰਗੀਆਂ ਪੋਸਟਾਂ ਪਾ ਕੇ, ਚੰਗੀਆਂ ਵੀਡੀਓਜ਼ ਪਾ ਕੇ ਸੰਘਰਸ਼ ਨੂੰ ਵੱਧ ਤੋਂ ਵੱਧ ਹੁੰਗਾਰਾ ਦੇਣ ਜੀ। ਜਿਹੜੀ ਤੁਸੀਂ ਗੱਲ ਕਹੀ ਆ ਕਿ ਮੀਡੀਆ ਵੱਲੋਂ ਇਦਾਂ ਦੀਆਂ ਰਿਪੋਰਟਾਂ ਦਿਖਾਈਆਂ ਜਾ ਰਹੀਆਂ, ਇਹਨਾਂ ਤੋਂ ਤਾਂ ਵੀਰ ਜੀ ਤੁਸੀਂ ਆਸ ਕਿੱਦਾਂ ਦੀ ਰੱਖ ਸਕਦੇ ਆ ਬਈ ਜਿਹੜੇ ਪੱਤਰਕਾਰ ਸੀ ਉਹ ਜਿਹੜੇ ਕਿਸਾਨ ਦੀ ਕਵਰੇਜ ਦਿਖਾ ਰਹੇ ਸੀ, ਜਿਹੜੇ ਨੌਜਵਾਨ ਉਸ ਪੱਥਰਬਾਜ਼ੀ ਸ਼ਾਮਲ ਸੀਗੇ, ਉਹਨਾਂ ਨੂੰ ਵੀ ਜਦੋਂ ਦਿਖਾਇਆ ਗਿਆ ਤੇ ਪੱਤਰਕਾਰਾਂ ਤੇ ਵੀ ਕੱਲ੍ਹ ਚੱਕ ਕੇ ਪਰਚਾ ਹੋ ਗਿਆ, ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰ ਫਿਰ ਵੀ ਪੰਜਾਬ ਦੀਆਂ ਹਿੱਤ ਰੱਖਣ ਵਾਲੇ, ਕਿਸਾਨੀ ਦਾ ਹਿੱਤ ਰੱਖਣ ਵਾਲੇ, ਗਰਾਊਂਡ ਤੋਂ ਸੱਚ ਦਿਖਾਉਣ ਵਾਲੇ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਚੈਨਲ ਸੀ, ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਪੂਰੀ ਆਪਣੀ ਆਵਾਜ਼ ਬੁਲੰਦ ਕੀਤੀ ਆ। ਤੇ ਇਹ ਗੋਦੀ ਮੀਡੀਆ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਬਈ ਇਹ ਤਾਂ ਯਾਰ ਨਾ ਗੱਲ ਸਪਸ਼ਟ ਆ ਵੀ ਜਿਹੜੀ ਗੋਦੀ ਮੀਡੀਆ ਜਾਂ ਆਪਣਾ ਕੋਈ ਵੀ ਜਿਹੜਾ ਇਹਨਾਂ ਦਾ ਸਿਸਟਮ ਹੈਗਾ ਸਰਕਾਰ ਦਾ, ਇਹਦਾ ਆਪਣੇ 84 ਵੇਲੇ ਦਾ ਕਲੀਅਰ ਆ ਵੀ ਆਪਣੇ ਹੱਕ 'ਚ ਅਜੇ ਤੱਕ ਨਹੀਂ ਭੁਗਤਿਆ, ਤੇ ਇਹਨੇ ਹੁਣ ਤਾਂ ਭੁਗਤਣੇ ਕੀ ਆ। ਮੀਡੀਆ ਇੱਕ ਬਹੁਤ ਤਕੜਾ ਪਾਰਟ ਹੁੰਦਾ ਸੰਘਰਸ਼ ਦਾ, ਜਦੋਂ ਉਹ ਅੱਜ ਕੱਲ੍ਹ ਦੇ ਟੈਕਨੋਲੋਜੀ ਦੇ ਜ਼ਮਾਨੇ ਵਿੱਚ ਤਾਂ ਬਹੁਤ ਤਕੜਾ ਪਾਰਟ ਆ ਜਿਹੜਾ ਆਪਾਂ ਨੂੰ ਇਹ ਸੰਘਰਸ਼ ਨੂੰ ਗਾਂਹ ਲਿਜਾਣ ਦੇ ਵਿੱਚ ਪੂਰਾ ਹੈਲਪਫੁਲ ਆ। ਪਰ ਮਸਲਾ ਇਹ ਆ ਵੀ ਇਹ ਜਿਹੜਾ ਗੋਦੀ ਮੀਡੀਆ, ਇਹਨੇ ਤਾਂ ਬਈ ਆਪਣੇ ਹੱਕ 'ਚ ਭੁਗਤਣਾ ਹੈ ਹੀ ਨਹੀਂ, ਇਹ ਤੋਂ ਤਾਂ ਉਮੀਦ ਰੱਖਦੇ ਨਹੀਂ ਯਾਰ। ਇਹ ਤਾਂ ਮੈਂ ਕਹਿੰਦਾ ਵੀ ਜਿਹੜੇ ਪੰਜਾਬ 'ਚ ਸੰਗਤ ਬੈਠੀ ਆ ਜਾਂ ਜਿਹੜੀ ਇਹਨੂੰ ਕੋਈ ਵੀ ਇਹਦੇ ਨਿਊਜ਼ ਵਗੈਰਾ ਜਾਂ ਇਹਨਾਂ ਨੂੰ ਜੋ ਪੇਜ ਪੂਜ ਫੋਲੋ ਕਰਦੀ ਆ, ਉਹਨਾਂ ਨੂੰ ਬਲੌਕ ਕਰੋ ਤੇ ਉਹਨਾਂ ਬਾਈਕਾਟ ਪ੍ਰੋਪਰਲੀ ਕਰੋ। ਹਜੇ ਵੀ ਆਪਣੀ ਸੰਗਤ ਜੀਓ ਦਾ ਸਿਮ ਵਰਤੀ ਜਾਂਦੀ, ਸਭ ਤੋਂ ਆਪਣੇ ਲਈ ਸ਼ਰਮਨਾਕ ਗੱਲ ਆ ਕਿ ਆਪਾਂ ਇਹਨਾਂ ਦੇ ਹਜੇ ਵੀ ਚੀਜ਼ਾਂ ਯੂਜ਼ ਕਰੀ ਜਾਂਦੇ। ਇਹਨਾਂ ਦਾ ਪ੍ਰੋਪਰ ਬਾਈਕਾਟ ਕਰੋ। ਇਹ ਉਹੀ ਚੀਜ਼ਾਂ ਆਪਣੀਆਂ ਵਿੱਥੀਆਂ ਜਿਹੜੀਆਂ ਆਪਣੀਆਂ ਵਿਰਲਾਂ, ਉਹਨਾਂ ਦਾ ਫਾਇਦਾ ਠਾ ਕੇ ਯਾਰ ਬਈ ਇਹ ਮੂਹਰੇ ਆਈ ਜਾਂਦੇ ਆ। ਹਜੇ ਵੀ ਜਿਹੜਾ ਮਲਟੀਨੈਸ਼ਨਲ ਕੰਪਨੀਆਂ ਜਾਂ ਵੱਡੇ ਅਦਾਰੇ ਆ, ਉਹਨਾਂ ਦਾ ਪ੍ਰੋਡਕਟ ਵਰਤਣ ਤੋਂ ਜਿਹੜਾ ਪਹਿਲਾਂ ਕਾਲ ਦਿੱਤੀ ਗਈ ਸੀ ਨੌਜਵਾਨਾਂ ਦੇ ਮਨ 'ਚ, ਹਜੇ ਵੀ ਇਸ ਗੱਲ ਦਾ ਹਰਖ ਆ ਕਿ ਅਸੀਂ ਹਜੇ ਵੀ ਉਹਨਾਂ ਕੰਪਨੀਆਂ ਨੂੰ ਪ੍ਰਮੋਟ ਕਰ ਰਹੇ ਹਾਂ, ਉਹਨਾਂ ਦਾ ਸਮਾਨ ਖਰੀਦ ਰਹੇ ਹਾਂ ਜਾਂ ਅਸੀਂ ਉਹਨਾਂ ਦੀਆਂ ਸਿੰਮਾਂ ਚਲਾ ਰਹੇ ਹਾਂ। ਪਰ ਗਰਾਊਂਡ 'ਤੇ ਇਸ ਵੇਲੇ ਅੱਜ 31 ਤਰੀਕ ਰਾਤ ਹੋ ਚੁੱਕੀ ਆ ਤੇ ਨੌਜਵਾਨ ਜਿਹੜੇ ਆ ਉਹ ਪੂਰੇ ਬੁਲੰਦੀ ਵਿੱਚ ਆ, ਚੜ੍ਹਦੀ ਕਲਾ ਵਿੱਚ ਆ। ਪਹਿਲਾਂ ਨਾਲੋਂ ਜ਼ਿਆਦਾ ਇਸ ਵੇਲੇ ਇੱਥੇ ਸੰਗਤ ਆ ਚੁੱਕੀ ਆ। ਕਿਸਾਨਾਂ ਦੇ ਹੱਕ ਦੇ ਵਿੱਚ ਇਸ ਵੇਲੇ ਹਰ ਵਰਗ ਨਾਅਰਾ ਮਾਰ ਰਿਹਾ ਆ ਤੇ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਰਕਾਰ ਨਾਲ ਮੀਟਿੰਗ ਹੋਊਗੀ, ਨੌਜਵਾਨਾਂ ਮੁਤਾਬਕ ਪਹਿਲਾਂ ਜਿਹੜੇ ਪਰਚੇ ਦਰਜ ਹੋਏ ਆ, ਨੌਜਵਾਨਾਂ ਦੀ ਕੁੱਟਮਾਰ ਹੋਈ ਆ, ਪੱਤਰਕਾਰਾਂ ਦੀ ਕੁੱਟਮਾਰ ਹੋਈ ਆ, ਕਿਸਾਨ ਲੀਡਰ ਜਿਹੜੇ ਆ ਉਹ ਸਰਕਾਰ ਨਾਲ ਗੱਲ ਕਰਨ ਲੱਗੇ ਆਪਣੀ ਪਹਿਲੀ ਸ਼ਰਤ ਇਹ ਰੱਖਣਗੇ ਕਿ ਸਾਰੇ ਜਿਹੜੇ ਨੌਜਵਾਨ ਆ ਉਹ ਬਿਨਾਂ ਸ਼ਰਤ ਰਿਹਾ ਕੀਤੇ ਜਾਣ ਤੇ ਪਰਚੇ ਕੈਂਸਲ ਕੀਤੇ ਜਾਣ। ਤਾਂ ਖੇਤੀ ਕਾਨੂੰਨਾਂ ਦੀ ਜਿਹੜੀ ਮੰਗ ਸਭ ਨੂੰ ਵੱਡੀ ਇਸ ਵੇਲੇ ਰੱਦ ਕਰਾਉਣ ਦੀ ਸੀਗੀ, ਉਸ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਰੱਦ ਕਰਨ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਨੌਜਵਾਨ ਅੱਜ ਵੀ ਸਹਿਮਤ ਨਹੀਂ ਹਨ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਗੁਰਨਾਮ ਸਿੰਘ ਬਿਲਗਾ, ਕੁੰਡਲੀ ਬਾਰਡਰ, ਦਿੱਲੀ ਤੋਂ। Thank you.